ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆਂ, ਵਿਆਪਨ ਸਭੇ ਰੋਗ। ਕਤਿਕ ਕਰਮ ਕਮਾਵਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਤਕ ਦਾ ਮਹੀਨਾ ਆਰੰਭ ਹੋਇਆ ਹੈ। ਅੱਜ ਦੇ ਇਸ ਪਾਵਨ ਮਹੀਨੇ ਦੇ ਰਾਹੀਂ ਗੁਰੂ ਸਾਹਿਬ ਜੀ ਸਾਨੂੰ ਕੀ ਉਪਦੇਸ਼ ਕਰ ਰਹੇ ਨੇ, ਕਿਵੇਂ ਇਸ ਮਹੀਨੇ ਦੇ ਵਿੱਚ ਮਨੁੱਖਾ ਜਨਮ ਦੇ ਵਿੱਚ ਗੁਰੂ ਚਰਨਾਂ ਨਾਲ ਜੁੜਦਿਆਂ ਹੋਇਆਂ ਜੀਵਨ ਨੂੰ ਸਫਲਾ ਬਣਾਉਣਾ ਹੈ, ਵਿਸ਼ੇ ਵਿਕਾਰਾਂ ਕੋਲੋਂ ਬਚਣਾ ਹੈ। ਦੁੱਖ ਸੁੱਖ ਕੀ ਨੇ, ਕਰਮ ਕੀ ਨੇ, ਇਹਦੇ ਬਾਰੇ ਮਹਾਰਾਜ ਨੇ ਸਾਨੂੰ ਅੱਜ ਇਸ ਮਹੀਨੇ ਦੇ ਪਾਵਨ ਉਪਦੇਸ਼ ਦੇ ਰਾਹੀਂ ਸਮਝਾਉਣਾ ਕੀਤਾ ਹੈ। ਆਓ ਸੰਖੇਪ ਵਿਚਾਰ ਨਾਲ ਜੁੜੀਏ। ਗੁਰੂ ਸਾਹਿਬ ਕਿਰਪਾ ਕਰਨ ਇਹ ਮਹੀਨਾ ਸਭ ਦੇ ਵਾਸਤੇ ਚੜ੍ਹਦੀ ਕਲਾ ਵਾਲਾ, ਭਾਗਾਂ ਭਰਿਆ ਬਤੀਤ ਹੋਵੇ। ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਕਤਿਕ ਤੱਤੇ ਨੂੰ ਸਿਹਾਰੀ ਹੈ, ਦੀ ਆਵਾਜ਼ ਵੀ ਦੇਣੀ ਹੈ, ਕਤਿਕ ਬੋਲਣਾ ਹੈ। ਆਮ ਭਾਸ਼ਾ ਵਿੱਚ ਅਸੀਂ ਕਤਕ ਵੀ ਕਹਿ ਦਿੰਦੇ ਹਾਂ, ਪਰ ਜਿਵੇਂ ਗੁਰਬਾਣੀ ਵਿੱਚ ਲਿਖਿਆ ਆਵੇ ਉਸੇ ਤਰ੍ਹਾਂ ਹੀ ਬੋਲਣਾ ਹੈ। ਅਤੇ ਆਮ ਸ਼ਬਦਾਂ ਵਿੱਚ ਜਦੋਂ ਬੋਲਣਾ ਹੈ ਉਦੋਂ ਕਤਕ ਵੀ ਬੋਲਿਆ ਜਾ ਸਕਦਾ ਹੈ। ਕਤਕ ਦਾ ਮਹੀਨਾ ਭਾਵ ਕਿ ਮਨੁੱਖਾ ਜਨਮ। ਮਹਾਰਾਜ ਕਹਿੰਦੇ ਕਤਕ ਦੇ ਮਹੀਨੇ ਵਿੱਚ, ਮਨੁੱਖਾ ਜਨਮ ਦੇ ਵਿੱਚ ਜਿਹੜੇ ਤੂੰ ਭਾਈ ਕਰਮ ਕਮਾਉਣੇ ਹਨ, ਇਹਨਾਂ ਦਾ ਜਿਹੜਾ ਸੁੱਖ ਹੈ, ਦੁੱਖ ਹੈ, ਫਿਰ ਇਹਨਾਂ ਕਰਮਾਂ ਦੇ ਕੀਤੇ ਹੋਏ ਅਨੁਸਾਰ ਹੀ, ਇਹਨਾਂ ਕੀਤੇ ਕਰਮਾਂ ਦੇ ਹਿਸਾਬ ਨਾਲ ਹੀ ਮਨੁੱਖ ਨੂੰ ਦੁੱਖ ਅਤੇ ਸੁੱਖ ਮਿਲਦਾ। ਇਸ ਲਈ ਕਿਸੇ ਨੂੰ ਦੋਸ਼ ਦੇਣਾ ਜਿਹੜਾ ਇਹ ਠੀਕ ਨਹੀਂ, ਕਿਉਂਕਿ ਇਹ ਤੇਰੇ ਕੀਤੇ ਹੋਏ ਕਰਮਾਂ ਦਾ ਹੀ ਤੈਨੂੰ ਜਿਹੜਾ ਫਲ ਹੈ ਇਹ ਮਿਲਿਆ ਹੈ। ਮਨੁੱਖ ਜੋ ਕਰਮ ਕਰਦਾ ਏ ਉਹਨੂੰ ਉਹਦਾ ਫਲ ਮਿਲਣਾ ਹੀ ਮਿਲਣਾ ਹੈ, ਭਾਵੇਂ ਚੰਗਾ ਹੈ ਅਤੇ ਭਾਵੇਂ ਮਾੜਾ ਕਰਮ ਹੈ। ਚੰਗੇ ਕਰਮ ਦਾ ਚੰਗਾ ਫਲ ਹੈ ਅਤੇ ਮਾੜੇ ਦਾ ਮਾੜਾ ਫਲ ਹੈ। ਇਸ ਕਰਕੇ ਕਿਸੇ ਹੋਰ ਨੂੰ ਦੋਸ਼ ਦੇਈ ਜਾਣਾ ਮਹਾਰਾਜ ਕਹਿੰਦੇ ਠੀਕ ਨਹੀਂ। ਇਹ ਤੂੰ ਆਪਣੇ ਨਾਲ ਵੀ ਇਨਸਾਫ ਨਹੀਂ ਕਰ ਰਿਹਾ, ਧੋਖੇ ਵਿੱਚ ਰੱਖ ਰਿਹਾ ਹੈ। ਕਿਉਂਕਿ ਸੰਸਾਰ ਦੇ ਵਿੱਚ ਜਦੋਂ ਮਨੁੱਖ ਵਿਚਰਦਾ ਏ ਅਤੇ ਇਹਦੀ ਜ਼ਿੰਦਗੀ ਦੇ ਵਿੱਚ ਦੁੱਖ ਵੀ ਆਉਂਦੇ ਨੇ ਅਤੇ ਸੁੱਖ ਵੀ ਆਉਂਦੇ ਨੇ। ਵਾਰੀ ਵਾਰੀ ਕਦੇ ਦੁੱਖ ਆਉਣਗੇ, ਕਦੇ ਸੁੱਖ ਆਉਣਗੇ। ਅਤੇ ਜਦੋਂ ਸੁੱਖ ਦਾ ਸਮਾਂ ਮਿਲਦਾ ਹੈ, ਸੁੱਖ ਆਉਂਦੇ ਨੇ, ਖੁਸ਼ੀ ਆਉਂਦੀ ਏ, ਅਤੇ ਮਨੁੱਖ ਸਮਝਦਾ ਹੈ ਵੀ ਇਹ ਤਾਂ ਮੇਰੀ ਸਿਆਣਪ ਦੇ ਨਾਲ ਆਈ ਹੈ, ਅਕਲ ਦੇ ਨਾਲ, ਅਤੇ ਮੇਰੀ ਮਿਹਨਤ ਦਾ ਫਲ ਹੈ। ਇਹ ਸਮਝ ਕੇ ਬੰਦਾ ਆਪਣੇ ਆਪ ਦੇ ਵਿੱਚ ਹੰਕਾਰ ਕਰਦਾ ਹੈ, ਆਪਣੀ ਬੁੱਧੀ ਨੂੰ ਹੀ ਅੱਗੇ ਰੱਖ ਕੇ ਆਪਣੀ ਵਡਿਆਈ ਕਰਦਾ ਹੈ। ਅਤੇ ਜਦੋਂ ਦੁੱਖ ਦਾ ਸਮਾਂ ਆਉਂਦਾ ਹੈ ਅਤੇ ਉਦੋਂ ਆਖਦਾ ਵੀ ਇਹਦਾ ਜ਼ਿੰਮੇਵਾਰ ਮੈਂ ਖੁਦ ਨਹੀਂ, ਇਹ ਕਿਸੇ ਹੋਰ ਦੇ ਕਰਕੇ ਹੋਇਆ ਹੈ। ਇਹ ਫਲਾਣੇ ਬੰਦੇ ਨੇ ਮੇਰੇ ਨਾਲ ਇੱਦਾਂ ਕੀਤਾ ਹੈ ਤਾਂ ਕਰਕੇ ਮੈਨੂੰ ਘਾਟਾ ਪੈ ਗਿਆ ਹੈ, ਜਾਂ ਕਿਸੇ ਹੋਰ ਨੇ ਮੇਰੇ ਨਾਲ ਇੱਦਾਂ ਕੀਤਾ ਹੈ ਜਿਸ ਕਰਕੇ ਮੈਂ ਅੱਜ ਦੁਖੀ ਹਾਂ। ਜਾਂ ਸਿੱਧਾ ਸਿੱਧਾ ਲੋਕ ਰੱਬ ਨੂੰ ਹੀ ਦੋਸ਼ ਦੇ ਦਿੰਦੇ ਨੇ, ਰੱਬਾ ਤੂੰ ਮੇਰੇ ਨਾਲ ਹਮੇਸ਼ਾ ਹੀ ਮਾੜਾ ਕਰਦਾ ਹੈ। ਇਹੀ ਗੱਲ ਤੇ ਮਹਾਰਾਜ ਸਮਝਾ ਰਹੇ ਨੇ ਵੀ ਕਿਸੇ ਨੇ ਵੀ ਤੇਰੇ ਨਾਲ ਕੁਝ ਮਾੜਾ ਨਹੀਂ ਕੀਤਾ। ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਕਿਸੇ ਹੋਰ ਨੂੰ ਦੋਸ਼ ਕਿਉਂ ਦਿੰਦਾ ਹੈ, ਕਿਸੇ ਹੋਰ ਨੂੰ ਗੁਨ੍ਹੇਗਾਰ ਕਿਉਂ ਆਖਦਾ ਹੈ? ਇਹ ਤਾਂ ਤੇਰੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਹੈ। ਮਹਾਰਾਜ ਨੇ ਆਖਿਆ, ਦੱਦੈ ਦੋਸ ਨਾ ਦੇਊ ਕਿਸੈ, ਦੋਸ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨ। ਇਹ ਕਿਸੇ ਹੋਰ ਨੂੰ ਦੋਸ਼ ਦੇਣਾ ਜਿਹੜਾ ਇਹ ਠੀਕ ਨਹੀਂ। ਆਪਣੇ ਅੰਦਰ ਹੀ ਝਾਤੀ ਮਾਰ। ਵੈਸੇ ਵੇਖਿਆ ਜਾਵੇ ਤਾਂ ਬੰਦਾ ਜਿਹੜਾ ਮਾੜੇ ਕਰਮ ਕਰੇ, ਮਾੜਾ ਫਲ ਤਾਂ ਮਿਲਦਾ ਹੀ ਹੈ, ਕਿਉਂਕਿ ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਕੋਈ ਕਰਮਾਂ ਕਰਕੇ ਮਹਾਰਾਜ ਦੇ ਨੇੜੇ ਆ ਅਤੇ ਕੋਈ ਦੂਰ ਹੈ। ਇਸ ਕਰਕੇ ਇਹ ਤਾਂ ਕਹਿ ਸਕਦੇ ਹਾਂ ਵੀ ਕਰਮ ਚੰਗੇ ਮਾੜੇ ਜਿਹੜੇ ਨੇ ਅਸਰ ਪਾਉਂਦੇ ਨੇ, ਫਲ ਮਿਲਦਾ ਹੈ। ਵੈਸੇ ਜਿਹੜੀਆਂ ਉੱਦਾਂ ਜੂਨਾਂ ਨੇ, ਪਸ਼ੂ ਨੇ, ਪੰਛੀ ਨੇ, ਇਹ ਸਾਰੇ ਭੋਗ ਜੂਨੀ ਨੇ। ਇਹ ਚਾਹੁੰਦਿਆਂ ਹੋਇਆ ਵੀ ਕੋਈ ਕਰਮ ਕਰਨਗੇ, ਕਰ ਨਹੀਂ ਸਕਦੇ, ਅਤੇ ਜੇ ਕਿਤੇ ਕਰਮ ਕੁਦਰਤੀ ਹੋ ਜਾਵੇ ਇਹਨਾਂ ਦਾ ਫਲ ਇਹਨਾਂ ਨੂੰ ਮਿਲਣਾ ਨਹੀਂ, ਕਿਉਂਕਿ ਸੁਭਾਵਿਕ ਹੈ। ਇਹ ਜਿਹੜੀਆਂ
ਜੂਨਾਂ ਨੇ ਇਹ ਭੋਗ ਰਹੀਆਂ ਨੇ ਆਪਣੇ ਕਰਮਾਂ ਨੂੰ। ਪਿੱਛੇ ਜੋ ਇਹਨਾਂ ਨੇ ਕਰਮ ਕੀਤੇ ਨੇ ਜੂਨਾਂ ਵਿੱਚ, ਉਹਨਾਂ ਦਾ ਫਲ ਸਰੂਪ ਇਹਨਾਂ ਨੂੰ ਇਹ ਜਨਮ ਪਸ਼ੂ ਪੰਛੀਆਂ ਦਾ ਮਿਲਿਆ, ਕੀੜੇ ਮਕੌੜਿਆਂ ਦਾ ਮਿਲਿਆ ਹੈ, ਬਨਸਪਤੀ ਦਾ ਮਿਲਿਆ। ਇਹਨਾਂ ਨੂੰ ਭੋਗਣਾ ਹੀ ਪੈਣਾ ਹੈ। ਭੋਗਣ ਤੋਂ ਬਾਅਦ ਅਗਲਾ ਜਨਮ ਫਿਰ ਇਹਨਾਂ ਦਾ ਸ਼ੁਰੂ ਹੋਵੇਗਾ। ਇਸ ਕਰਕੇ ਭੋਗ ਜੂਨੀ ਨੇ। ਅਤੇ ਜਿਹੜਾ ਮਨੁੱਖ ਹੈ ਇਹ ਭੋਗ ਜੂਨੀ ਹੁੰਦਿਆਂ ਹੋਇਆਂ ਵੀ ਨਾਲ ਨਾਲ ਕਰਮ ਜੂਨੀ ਵੀ ਹੈ। ਕਹਿਣ ਦਾ ਭਾਵ ਜਿਹੜੇ ਪਿਛਲੇ ਕਰਮ ਕੋਈ ਕੀਤੇ ਨੇ ਜਨਮਾਂ ਜਮਾਂਤਰਾਂ ਦੇ, ਉਹਨਾਂ ਦਾ ਹਿਸਾਬ ਕਿਤਾਬ ਰੱਬ ਦੇ ਕੋਲ ਏ। ਅਤੇ ਉਸ ਹਿਸਾਬ ਨਾਲ ਫਿਰ ਜਿਹੜੇ ਦੁੱਖ ਸੁੱਖ ਆਉਂਦੇ ਨੇ ਇਹ ਉਹਨਾਂ ਕਰਮਾਂ ਦੇ ਅਨੁਸਾਰ ਹੀ ਆਉਂਦੇ ਨੇ। ਹੋਰ ਜਿਹੜੀਆਂ ਮੁਸੀਬਤਾਂ ਨੇ, ਆਰਥਿਕ ਨੇ, ਮਾਨਸਿਕ ਨੇ, ਸਮਾਜਿਕ ਨੇ ਜਾਂ ਘਰੇਲੂ ਕੋਈ ਵੀ ਕਿਸੇ ਤਰ੍ਹਾਂ ਦੀ ਹੈ, ਇਹਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਜਿਹੜੇ ਹੁਣ ਕਰਮ ਕਰ ਰਿਹਾ ਹੈ ਜਾਂ ਪਿਛਲੇ ਵੀ ਕੀਤੇ ਨੇ ਉਹਨਾਂ ਦੇ ਅਨੁਸਾਰ ਵੀ ਇਹਨੂੰ ਫਲ ਸਰੂਪ ਇਹ ਦੁੱਖ ਸੁੱਖ ਮਿਲਦੇ ਨੇ। ਤਾਂ ਹੀ ਤਾਂ ਮਹਾਰਾਜ ਕਹਿ ਰਹੇ ਨੇ ਵੀ ਭਾਈ ਪਿਛਲੇ ਜਿਹੜੇ ਕੀਤੇ ਨੇ ਉਹ ਤਾਂ ਹੋ ਗਏ ਨੇ, ਹੁਣ ਜਿਹੜੇ ਗਾਂਹ ਕਰਮ ਨੇ ਇਹ ਸੁਚੇਤ ਹੋ, ਹੋਸ਼ ਕਰ, ਗਾਂਹ ਕੋਈ ਮਾੜਾ ਕਰਮ ਨਾ ਕਰ ਜਿਹਦੇ ਨਾਲ ਤੈਨੂੰ ਦੁੱਖ ਮਿਲਣਾ, ਕੋਈ ਇਹੋ ਜਿਹੀਆਂ ਟੇਢੀਆਂ ਜੂਨਾਂ ਵਿੱਚ ਜਾਣਾ ਪਵੇ। ਵੈਸੇ ਵੇਖਿਆ ਜਾਵੇ ਤਾਂ ਕਰਮ ਅਤੇ ਪੁੰਨ ਦਾਨ ਇਹ ਸਾਰਾ ਕੁਝ ਜਿਹੜਾ ਚੱਕਰ ਹੈ ਬੜਾ ਲੰਮਾ ਚੌੜਾ ਜੇ ਸਮਝਿਆ ਜਾਵੇ। ਅਤੇ ਇਹਨਾਂ ਸਾਰਿਆਂ ਦਾ ਹੀ ਜੇ ਇੱਕ ਉੱਤਰ ਲੈਣਾ ਹੋਵੇ ਅਤੇ ਉਹ ਹੈ ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਾਮ ਜਪੀ ਜਾਣਾ ਅਤੇ ਕਰਮ ਚੰਗੇ ਰੱਖਣੇ, ਇਹ ਦੋ ਗੱਲਾਂ ਜਿਹੜੀਆਂ ਨੇ ਇਹ ਬੰਦੇ ਨੂੰ ਕਿਸੇ ਪਾਸੇ ਲਾ ਦਿੰਦੀਆਂ ਨੇ, ਪਾਰ ਉਤਾਰਾ ਕਰ ਦਿੰਦੀਆਂ ਨੇ। ਨਹੀਂ ਤਾਂ ਜੇ ਨਾਮ ਵੀ ਜਪੀ ਗਏ ਅਤੇ ਕਰਮ ਚੰਗੇ ਨਾ ਹੋਏ ਅਤੇ ਫਿਰ ਮੰਜ਼ਿਲ ਜਿਹੜੀ ਹੈ ਪਰਮਾਤਮਾ ਉਹ ਮਿਲਦਾ ਨਹੀਂ, ਮੁਕਤੀ ਮਿਲਦੀ ਨਹੀਂ। ਅਤੇ ਜੇ ਨਾਮ ਨਹੀਂ ਜਪਿਆ ਅਤੇ ਇਕੱਲੇ ਕਰਮ ਚੰਗੇ ਰੱਖੀ ਗਏ, ਪੁੰਨ ਦਾਨ ਕਰੀ ਗਏ, ਅਤੇ ਉਹਦਾ ਵੀ ਜਿਹੜਾ ਹੈ ਮੁਕਤੀ ਦਾ ਫਲ ਮਿਲਦਾ ਨਹੀਂ। ਉਹ ਕਰਮਾਂ ਦੇ ਹਿਸਾਬ ਨਾਲ ਫਿਰ ਜਿਹੜਾ ਅਗਲਾ ਜਨਮ ਹੈ ਉਹ 'ਚ ਸੁੱਖ ਮਿਲ ਜਾਂਦਾ ਹੈ, ਆਰਾਮ ਮਿਲ ਜਾਂਦਾ। ਇੱਛਾਵਾਂ ਜਿਹੜੀਆਂ ਨੇ, ਜਿਸ ਇੱਛਾ ਕਰਕੇ ਕਰਮ ਕੀਤੇ ਨੇ ਉਹ ਇੱਛਾ ਪੂਰੀ ਹੋ ਜਾਂਦੀ ਹੈ। ਤਾਂ ਕਰਕੇ ਹੀ ਪੰਡਿਤ ਗੁਲਾਬ ਸਿੰਘ ਜੀ ਨੇ ਵੀ ਇਹ ਗੱਲ ਆਖੀ ਹੈ ਵੀ ਮਨੁੱਖ ਭਾਵੇਂ ਪੁੰਨ ਕਰਮ ਕਰਦਾ ਹੈ ਜਾਂ ਪਾਪ ਕਰਮ ਕਰਦਾ ਹੈ, ਇਹ ਹੈ ਦੋਵੇਂ ਬੰਧਨ ਨੇ। ਅਤੇ ਸਿਆਣੇ ਤਾਂ ਆਖਦੇ ਨੇ ਵੀ ਜਿਹੜੇ ਪਾਪ ਕਰਮ ਨੇ ਇਹ ਲੋਹੇ ਦੀਆਂ ਬੇੜੀਆਂ ਵਾਂਗ ਨੇ, ਲੋਹੇ ਦੀਆਂ ਹੱਥਕੜੀਆਂ ਦੇ ਵਾਂਗ ਨੇ। ਅਤੇ ਜਿਹੜੇ ਚੰਗੇ ਪੁੰਨ ਦੇ ਕਰਮ ਕਰਦੇ ਨੇ ਲੋਕ, ਕੱਪੜਾ ਦਾਨ ਕਰ ਦਿੱਤਾ, ਭੋਜਨ ਦਾਨ ਕਰ ਦਿੱਤਾ, ਹੋਰ ਪੈਸੇ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਯੋਗਦਾਨ ਸਮਾਜ ਸੇਵਾ ਵਿੱਚ ਕਰ ਦਿੱਤਾ, ਇਹ ਆਂਦੇ ਇਹ ਸੋਨੇ ਦੀਆਂ ਬੇੜੀਆਂ ਵਾਂਗ ਹੈ। ਪਰ ਹੈ ਵੀ ਬੇੜੀਆਂ, ਇਹ ਹੈ ਵੀ ਹੱਥਕੜੀ। ਕਿਉਂਕਿ ਬੰਦਾ ਪਾਪ ਦੇ ਪੁੰਨ ਦੇ ਵਿੱਚ ਫਸ ਜਾਂਦਾ ਵੀ ਮੈਂ ਤਾਂ ਪੁੰਨ ਇੰਨੇ ਕੀਤੇ ਨੇ, ਪਰ ਨਾਮ ਵਾਲੇ ਪਾਸੇ ਧਿਆਨ ਹੀ ਨਹੀਂ। ਇਸ ਕਰਕੇ ਸਿਆਣਿਆਂ ਨੇ ਆਖਿਆ ਕਿ ਪਾਪ ਕਰਮ ਹੈ ਲੋਹ ਕੀ, ਪੁੰਨ ਸਵਰਨ ਕੀ ਜਾਨ, ਦੋਨੋਂ ਬੰਧਨ ਰੂਪ ਹੈ ਨਿਸ਼ਚੇ ਲਿਹੁ ਪਛਾਨ। ਇਸ ਕਰਕੇ ਪਾਪ ਕਰਮ ਅਤੇ ਪੁੰਨ ਕਰਮ ਜਿਹੜੇ ਨੇ ਦੋਵੇਂ ਬੇੜੀਆਂ ਨੇ, ਬੰਧਨ ਨੇ। ਅਤੇ ਇਹਨਾਂ ਬੰਧਨਾਂ ਤੋਂ ਜੇ ਕੋਈ ਉੱਪਰ ਉਠਾ ਸਕਦਾ ਹੈ ਅਤੇ ਉਹ ਹੈ ਨਾਮ, ਵਾਹਿਗੁਰੂ ਦਾ ਨਾਮ। ਅਤੇ ਉਹ ਹੈ ਜਾਂ ਤਾਂ ਪੂਰਾ ਗੁਰੂ ਇਹਨਾਂ ਹੱਥਕੜੀਆਂ ਨੂੰ, ਬੇੜੀਆਂ ਨੂੰ ਕੱਟ ਸਕਦਾ ਹੈ। ਪਿਛਲੇ ਜਿਹੜੇ ਕਰਮ ਕੀਤੇ ਨੇ ਮਾੜੇ, ਉਹਨਾਂ ਸਾਰਿਆਂ ਦੇ ਉੱਤੇ ਹੀ ਕਾਂਟਾ ਮਾਰ ਕੇ ਸਾਰੇ ਖਤਮ ਕਰ ਸਕਦਾ ਹੈ। ਜਿਵੇਂ ਪੰਜਵੇਂ ਪਾਤਸ਼ਾਹ ਨੇ ਸੰਕੇਤ ਮੰਡੀ ਦੇ ਰਾਜੇ ਹਰੀ ਸੈਨ ਦੇ ਉੱਤੇ ਕਿਰਪਾ ਕੀਤੀ ਸੀ। ਸੁਪਨੇ ਦੇ ਵਿੱਚ ਹੀ ਸਾਰੇ ਉਹਦਾ ਜਨਮ ਮਰਨ ਅਤੇ ਸਾਰੇ ਪਾਪ ਖਤਮ ਕਰ ਦਿੱਤੇ ਸਨ ਮਹਾਰਾਜ ਨੇ। ਅਤੇ ਛੇਵੇਂ ਪਾਤਸ਼ਾਹ ਨੇ ਜਿਵੇਂ ਇੱਕ ਮਾਈ ਦੇ ਕਰਮਾਂ ਵਿੱਚ ਇੱਕ ਵੀ ਪੁੱਤਰ ਨਹੀਂ ਸੀ ਲਿਖਿਆ ਪਰਮਾਤਮਾ ਨੇ, ਜਦੋਂ ਛੇਵੇਂ ਪਾਤਸ਼ਾਹ ਦੇ ਕੋਲ ਅਰਦਾਸ ਕਰਦੀ ਹੈ, ਮਹਾਰਾਜ ਉੱਥੇ ਵੀ ਤੁਸੀਂ ਲਿਖਣ ਵਾਲੇ ਹੋ ਅਤੇ ਇੱਥੇ ਵੀ ਤੁਸੀਂ ਲਿਖਣ ਵਾਲੇ ਹੋ, ਕਿਰਪਾ ਕਰਕੇ ਇੱਥੇ ਲਿਖ ਦਿਓ ਜੇ ਉੱਥੇ ਨਹੀਂ ਲਿਖਿਆ ਗਿਆ। ਅਤੇ ਫਿਰ ਛੇਵੇਂ ਪਾਤਸ਼ਾਹ ਨੇ 7 ਪੁੱਤਰ ਦਿੱਤੇ ਸਨ ਉਹਨੂੰ, ਉਹਦੇ ਕਰਮਾਂ 'ਚ ਲਿਖ ਦਿੱਤੇ। ਅਤੇ ਸਮਾਂ ਆਉਣ 'ਤੇ 7 ਪੁੱਤਰਾਂ ਨੇ ਜਨਮ ਲਿਆ ਉਹ ਮਾਈ ਦੇ ਘਰ। ਇਸ ਕਰਕੇ ਗੁਰੂ ਦੇ ਕੋਲ ਸਮਰੱਥਾ ਹੈ, ਗੁਰੂ ਦੇ ਕੋਲੋਂ ਤਾਕਤ ਹੈ, ਕਿਉਂਕਿ ਗੁਰ ਪਰਮੇਸ਼ਰ ਏਕੋ ਜਾਣ। ਇਸ ਕਰਕੇ ਮਹਾਰਾਜ ਨੇ ਆਖਿਆ ਵੀ ਕਰਮ ਜਿਹੜੇ ਕਰਨੇ ਨੇ ਬੜੇ ਸੁਚੇਤ ਹੋ ਕੇ ਕਰਨੇ ਚਾਹੀਦੇ ਨੇ ਕਿ ਮੈਂ ਕੀ ਕਰ ਰਿਹਾ ਹਾਂ ਅਤੇ ਇਹਦਾ ਫਲ ਵੀ ਮੈਨੂੰ ਮਿਲੇਗਾ, ਚੰਗਾ ਕਰਾਂ ਜਾਂ ਮਾੜਾ ਕਰਾਂ। ਇਸ ਕਰਕੇ ਮਹਾਰਾਜ ਨੇ ਆਖਿਆ ਮਨੁੱਖ ਹੋਸ਼ ਕਰ। ਤਾਂ ਕਰਕੇ ਹੀ ਆਖਿਆ ਵੀ ਜਿਹੜੇ ਕਰਮ ਨੇ ਚਾਹੇ ਚੰਗੇ ਨੇ ਮਾੜੇ ਨੇ, ਇੱਕ ਦਿਨ ਤੈਨੂੰ ਆਣ ਕੇ ਅੱਗੇ ਤੈਨੂੰ ਜ਼ਰੂਰ ਮਿਲਣਗੇ, ਇਹ ਤੇਰਾ ਪਿੱਛਾ ਕਰਨਗੇ ਅਤੇ ਕਿਤੇ ਨਾ ਕਿਤੇ ਸਾਹਮਣਾ ਜ਼ਰੂਰ ਹੋਵੇਗਾ। ਫਿਰ ਉੱਥੋਂ ਘਬਰਾਵੀਂ ਨਾ ਵੀ ਮੈਂ ਇਹ ਮੇਰੇ ਸਾਹਮਣੇ ਕੀ ਆ ਗਿਆ ਏ, ਮੈਂ ਤਾਂ ਕਿਸੇ ਦਾ ਮਾੜਾ ਕੀਤਾ ਨਹੀਂ।
ਪਰ ਤੈਨੂੰ ਯਾਦ ਨਹੀਂ, ਮਹਾਰਾਜ ਨੂੰ ਯਾਦ ਹੈ ਵੀ ਤੂੰ ਕੀ ਕਰ ਰਿਹਾ ਹੈ ਅਤੇ ਪਿੱਛੇ ਕੀ ਕਰਦਾ ਰਿਹਾ ਹੈ। ਅੱਗੇ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਦੂਜੀ ਗੱਲ ਇਹ ਹੈ ਵੀ ਇੱਕ ਤਾਂ ਕਰਮ ਮਾੜੇ ਕਰ ਲੈਣੇ, ਚੰਗੇ ਕਰ ਲੈਣੇ, ਉਹਦੇ ਕਰਕੇ ਦੂਰ ਨੇੜੇ ਹੈ। ਅਤੇ ਦੂਸਰੀ ਗੱਲ ਵੀ ਜੇ ਕਾਰਨ ਪੁੱਛੀਏ ਵੀ ਵੱਡੇ ਵੱਡੇ ਰੋਗ ਲੱਗਣੇ, ਚਿੰਤਾਵਾਂ, ਦੁੱਖ, ਪਰੇਸ਼ਾਨੀਆਂ ਦਾ ਕਾਰਨ ਇਹ ਵੀ ਹੈ ਕਿ ਪਰਮੇਸ਼ਰ ਭੁੱਲ ਜਾਂਦਾ ਹੈ। ਮਹਾਰਾਜ ਦੀ ਹੋਂਦ ਨੂੰ, ਵਾਹਿਗੁਰੂ ਦੀ ਹੋਂਦ ਨੂੰ, ਗੁਰੂ ਮਹਾਰਾਜ ਹਾਜ਼ਰ ਨਾਜ਼ਰ ਨਹੀਂ ਹਨ। ਜਦੋਂ ਇੱਦਾਂ ਦੀ ਸੋਚ ਬੰਦੇ ਦੀ ਬਣ ਜਾਂਦੀ ਹੈ, ਉਹਦੀ ਹੋਂਦ ਤੋਂ ਮੁਨਕਰ ਹੋ ਜਾਂਦਾ ਹੈ, ਅਤੇ ਫਿਰ ਮਹਾਰਾਜ ਆਖਦੇ ਨੇ ਵੀ ਇਹਨੂੰ ਸਾਰੇ ਇਹ ਜਿੰਨੇ ਰੋਗ ਨੇ, ਬਿਮਾਰੀਆਂ, ਚਿੰਤਾਵਾਂ ਨੇ, ਪਰੇਸ਼ਾਨੀਆਂ ਨੇ, ਇਹ ਮਨੁੱਖ ਨੂੰ ਚਿੰਬੜ ਜਾਂਦੀਆਂ ਨੇ। ਜਾਂ ਇਹਨੂੰ ਪਰਮੇਸ਼ਰ ਦਾ ਨਾਮ ਭੁੱਲ ਜਾਵੇ, ਉਹਦੀ ਯਾਦ ਭੁੱਲ ਜਾਵੇ, ਗੁਰੂ ਵਾਲਾ ਨਾ ਬਣੇ ਅਤੇ ਬੇਫਿਕਰਾ ਜਿਹਾ ਹੋ ਕੇ, ਲਾਪਰਵਾਹ ਜਿਹਾ ਹੋ ਕੇ ਸਾਰੀ ਜ਼ਿੰਦਗੀ ਨਗੁਰਿਆਂ ਹੀ ਕੱਢ ਦੇਵੇ, ਫਿਰ ਪਰਮੇਸ਼ਰ ਤੋਂ ਦੂਰ ਹੋਇਆਂ ਤੇ ਭਾਈ ਦੁੱਖ ਮਿਲਣੇ ਹੀ ਮਿਲਣੇ ਨੇ। ਵੇ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਮਹਾਰਾਜ ਆਖਦੇ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ, ਫਿਰ ਦੁੱਖਾਂ ਚਿੰਤਾਵਾਂ ਦੀ ਗੱਲ ਨਹੀਂ, ਗੱਲ ਅੱਗੇ ਬੜੀ ਲੰਘ ਜਾਂਦੀ ਏ, ਗੱਲ ਇਹਦੇ ਤੋਂ ਵੀ ਅੱਗੇ ਲੰਘ ਜਾਂਦੀ ਏ। ਮਹਾਰਾਜ ਉਹ ਕਿਹੜੀ? ਕਹਿੰਦੇ ਜਿਹੜਾ ਵੀ ਬੇਮੁਖ ਹੋ ਗਿਆ ਹੈ ਉਸ ਵਾਹਿਗੁਰੂ ਕੋਲੋਂ, ਗੁਰੂ ਦੇ ਕੋਲੋਂ, ਉਹਨੂੰ ਬਿਮਾਰੀਆਂ, ਚਿੰਤਾਵਾਂ, ਪਰੇਸ਼ਾਨੀਆਂ ਤਾਂ ਲੱਗਣੀਆਂ ਹੀ ਨੇ, ਪਰ ਇਹਦੇ ਤੋਂ ਵੀ ਵੱਡੀ ਜਿਹੜੀ ਭਿਆਨਕ ਸਜ਼ਾ ਹੈ ਉਹ ਹੈ ਕਿ ਜਨਮ ਵਿਜੋਗ। ਜਨਮਾਂ ਜਨਮਾਂ ਦਾ ਵਿਜੋਗ ਲੱਗ ਜਾਂਦਾ ਹੈ। ਕਈ ਜਨਮ ਜੂਨਾਂ ਦੇ ਵਿੱਚ ਪਾਉਂਦਾ ਪਾਉਂਦਾ ਹੋਇਆ ਫਿਰ ਜੂਨਾਂ ਦੇ ਵਿੱਚ ਹੀ ਕਈ ਸਦੀਆਂ ਯੁੱਗ ਬੀਤ ਜਾਂਦੇ ਨੇ, ਮਨੁੱਖਾ ਜਨਮ ਨਹੀਂ ਇਹਨੂੰ ਮਿਲਦਾ, ਜਿਹਦੇ ਨਾਲ ਇਹ ਦੁਬਾਰਾ ਇਹਨੂੰ ਮੌਕਾ ਮਿਲ ਸਕੇ ਪਰਮਾਤਮਾ ਨੂੰ ਮਿਲਣ ਦਾ, ਮੁਕਤ ਹੋਣ ਦਾ। ਇਸ ਕਰਕੇ ਵੱਡੀ ਜਿਹੜੀ ਭਾਰੀ ਸਜ਼ਾ ਹੈ, ਇਹਨੂੰ ਟੇਢੀਆਂ ਜੂਨਾਂ ਦਾ ਜਨਮ ਮਰਨ ਦਾ ਗੇੜ ਜਿਹੜਾ ਹੈ ਇਹ ਪਿਆ ਰਹਿੰਦਾ ਏ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਫਿਰ ਵਾਹਿਗੁਰੂ ਦਾ ਨਾਮ ਭੁੱਲ ਕੇ, ਗੁਰੂ ਦੀ ਮੱਤ ਨੂੰ ਭੁੱਲ ਕੇ, ਜਿੰਨੇ ਵੀ ਪਦਾਰਥ ਨੇ, ਜਿੰਨੇ ਵੀ ਸਾਰੇ ਸ਼ੌਂਕ ਨੇ ਮਨੁੱਖ ਦੇ, ਇਹ ਮਾਇਆ ਦੇ ਜਿੰਨੇ ਭੋਗ ਨੇ, ਇਹ ਸਾਰੇ ਕੌੜੇ ਹੋ ਜਾਂਦੇ ਨੇ। ਮੀਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਇਹਨਾਂ ਦੇ ਵਿੱਚ ਰਸ ਨਹੀਂ ਆਉਂਦਾ, ਸੁੱਖ ਨਹੀਂ ਆਉਂਦਾ। ਬੜਾ ਕੁਝ ਪਸਾਰਾ ਇਕੱਠਾ ਕੀਤਾ ਮਨੁੱਖਾਂ ਨੇ, ਪਰ ਇਹਦੇ ਵਿੱਚ ਰਸ ਨਹੀਂ, ਆਨੰਦ ਨਹੀਂ। ਇਹ ਕੌੜੇ ਜਿਹੇ ਜਾਪਦੇ ਨੇ, ਫਿੱਕੇ ਜਿਹੇ ਜਾਪਦੇ ਨੇ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ਼। ਫਿਰ ਵਿੱਚ ਪੈ ਕੇ ਕੋਈ ਹਾਮੀ ਨਹੀਂ ਭਰਦਾ, ਕੋਈ ਐਸਾ ਮਹਾਂਪੁਰਖ ਪੂਰਾ ਗੁਰੂ ਮਿਲਦਾ ਨਹੀਂ ਵੀ ਜਿਹੜਾ ਇਹਨਾਂ ਦੁੱਖਾਂ ਕੋਲੋਂ ਛੁਟਕਾਰਾ ਦਿਵਾ ਦੇਵੇ, ਉਸ ਆਨੰਦ ਦੇ ਨਾਲ ਜੋੜ ਦੇਵੇ। ਕਿੱਥੇ ਜਾ ਕੇ ਰੋਜ਼ ਆਪਣੀ ਬਿਰਥਾ ਜਿਹੜੀ ਹੈ ਮਨ ਦੀ ਮਨੁੱਖ ਦੱਸੇ। ਜੇ ਕਿਸੇ ਨੂੰ ਦੱਸਦਾ ਹੈ ਤਾਂ ਲੋਕ ਮਹਿਸੂਸ ਨਹੀਂ ਕਰਦੇ, ਮਜ਼ਾਕ ਉਡਾਉਂਦੇ ਨੇ। ਜੇ ਕਿਸੇ ਨੂੰ ਅੱਜ ਦਾ ਮਨੁੱਖ ਆਪਣਾ ਦੁੱਖ ਦੱਸੇ, ਦੂਸਰਾ ਉਹਦਾ ਫਾਇਦਾ ਚੁੱਕ ਲੈਂਦਾ ਹੈ ਜਾਂ ਉਹਦੇ ਨਾਲ ਮਜ਼ਾਕ ਕੀਤੇ ਜਾਂਦੇ ਨੇ। ਮਨੁੱਖ ਦੱਸੇ ਅਤੇ ਦੁੱਖ ਦੱਸੇ ਕਿਹਨੂੰ? ਹਰ ਇੱਕ ਬੰਦਾ ਤਾਂ ਦੁਖੀ ਹੈ। ਜਿਸ ਮਾਨੁਖ ਪਹਿ ਕਰੋ ਬੇਨਤੀ, ਸੋ ਆਪਣਾ ਦੁੱਖ ਭਰਿਆ। ਜਿਹਨੂੰ ਦੁੱਖ ਦੱਸਣ ਜਾਓਗੇ ਉਹਦੇ ਕੋਲ ਆਪਣੀਆਂ ਬੜੀਆਂ ਪਰੇਸ਼ਾਨੀਆਂ ਨੇ, ਬੜੇ ਬੜੇ ਵੱਡੇ ਦੁੱਖ ਉਹ ਪਹਿਲਾਂ ਹੀ ਸਾਂਭੀ ਬੈਠਾ ਹੈ, ਅਤੇ ਦੁਖੀ ਬੰਦਾ ਤੁਹਾਡੇ ਦੁੱਖ ਕੀ ਖਤਮ ਕਰ ਸਕਦਾ? ਇਸ ਕਰਕੇ ਕਿਸ ਥੈ ਰੋਵਹਿ ਰੋਜ਼। ਕਿੱਥੇ ਭਾਈ ਰੋਵੇਂਗਾ? ਉਸ ਪਰਮੇਸ਼ਰ ਤੋਂ ਬਿਨਾਂ ਤੇਰਾ ਕਿਸੇ ਨੇ ਸਾਥ ਦੇਣਾ ਨਹੀਂ, ਕਿਸੇ ਨੇ ਤੇਰੇ ਦੁੱਖਾਂ ਦਾ ਦਾਰੂ ਬਣਨਾ ਨਹੀਂ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਇਸ ਕਰਕੇ ਕੁਝ ਕੀਤਿਆਂ ਵੀ ਹੁੰਦਾ ਨਹੀਂ। ਜਿੰਨੇ ਮਰਜ਼ੀ ਬੰਦਾ ਹੱਥ ਪੈਰ ਮਾਰੀ ਜਾਵੇ, ਇਹ ਜਿਹੜੇ ਕਰਮ ਨੇ, ਦੁੱਖ ਨੇ, ਇਹ ਭੋਗਣੇ ਹੀ ਪੈਣੇ ਨੇ। ਜਿਵੇਂ ਦਾ ਧੁਰ ਦਰਗਾਹ ਤੋਂ ਮਾਰੇ ਨੇ ਤੇਰੇ ਲਿਖਿਆ ਹੈ ਸੰਜੋਗ, ਉਸ ਹਿਸਾਬ ਨਾਲ ਤੈਨੂੰ ਦੁੱਖ ਸੁੱਖ ਜਿਹੜੇ ਨੇ ਮਿਲਦੇ ਰਹਿਣੇ ਨੇ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਵਿਯੋਗ। ਵੱਡਿਆਂ ਭਾਗਾਂ ਦੇ ਨਾਲ ਜੇ ਕਿਤੇ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ, ਉਹ ਵਾਹਿਗੁਰੂ ਮਿਲ ਜਾਵੇ, ਫਿਰ ਭਾਈ ਤੇਰੇ ਜਿਹੜੇ ਸਾਰੇ ਚਿੰਤਾ ਵਿਯੋਗ ਨੇ, ਪਰੇਸ਼ਾਨੀਆਂ ਨੇ, ਦੁੱਖ ਸੁੱਖ ਨੇ,
ਇਹ ਸਾਰੇ ਖਤਮ ਹੋ ਜਾਣਗੇ ਤੇ ਮਨੁੱਖਾ ਜਨਮ ਦੇ ਵਿੱਚ ਹੀ ਮੁਕਤ ਹੋ ਜਾਏਗਾ। ਇਹਨਾਂ ਤੋਂ ਉੱਪਰ ਉੱਠ ਜਾਵੇਗਾ, ਦੁੱਖਾਂ ਸੁੱਖਾਂ ਦੇ ਵਿੱਚ ਪਏਗਾ ਨਹੀਂ, ਕਿਉਂਕਿ ਜਦੋਂ ਸੁੱਖ ਆਉਣਗੇ ਦੁੱਖ ਆਉਣਾ ਹੀ ਹੈ। ਦੁੱਖ ਆਵੇਗਾ ਤੇ ਫਿਰ ਸੁੱਖ ਪਿੱਛੇ ਖੜਾ ਹੀ ਹੈ। ਜੇ ਰੋਗ ਹੈ ਤੇ ਪਿੱਛੇ ਦੇ ਅਰੋਗਤਾ ਵੀ ਹੈ, ਜੇ ਅਰੋਗਤਾ ਹੈ ਤੇ ਪਿੱਛੇ ਇੱਕ ਹੋਰ ਰੋਗ ਖੜਾ ਹੈ। ਇਸ ਕਰਕੇ ਇਹਨਾਂ ਦੇ ਨਾਲੋਂ ਉੱਪਰ ਉੱਠਣਾ ਹੈ ਤਾਂ ਉਹ ਵੱਡਿਆਂ ਭਾਗਾਂ ਨਾਲ ਵਾਹਿਗੁਰੂ ਮਿਲੇ ਤਾਂ ਹੋਵੇਗਾ। ਵੱਡ ਭਾਗੀ ਦਾ ਇੱਕ ਅਰਥ ਸਿਆਣੇ ਵਿਦਵਾਨ ਇਹ ਵੀ ਕਰਦੇ ਨੇ ਵੀ ਵੱਡ ਭਾਗੀ, ਜਦੋਂ ਵੱਡਾਪੁਣਾ ਆਪਣੇ ਆਪ ਦੇ ਵਿੱਚ ਹੰਕਾਰ ਜਦੋਂ ਮਨੁੱਖ ਦੇ ਅੰਦਰੋਂ ਖਤਮ ਹੋ ਜਾਂਦਾ ਹੈ, ਭੱਜ ਜਾਂਦਾ ਹੈ, ਉਦੋਂ ਪਰਮਾਤਮਾ ਮਿਲਦਾ ਹੈ ਤੇ ਫਿਰ ਸਾਰੇ ਜਿੰਨੇ ਵਿਯੋਗ ਨੇ ਇਹ ਖਤਮ ਹੋ ਜਾਂਦੇ ਨੇ। ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਨਾਨਕ ਪਦ ਦੀ ਵਰਤੋਂ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮੋਹਰ ਲਾ ਕੇ ਗੱਲ ਆਖ ਰਹੇ ਨੇ, ਦੁਨੀਆ ਦੇ ਲੋਕੋ ਇਹ ਅਰਦਾਸ ਕਰਿਆ ਕਰੋ, ਤੁਸੀਂ ਨਿਮਾਣੇ ਹੋ ਕੇ ਅਰਦਾਸ ਕਰੋ ਉਸ ਵਾਹਿਗੁਰੂ ਦੇ ਅੱਗੇ ਵੀ ਹੇ ਵਾਹਿਗੁਰੂ ਮਹਾਰਾਜ ਮੈਂ ਤੁਹਾਡਾ ਬੱਚਾ ਹਾਂ, ਤੁਹਾਡਾ ਹੀ ਪੈਦਾ ਕੀਤਾ ਹੋਇਆ ਹਾਂ, ਕਿਰਪਾ ਕਰੋ ਮਹਾਰਾਜ, ਮੇਰੇ ਵਿੱਚ ਸਮਰੱਥਾ ਨਹੀਂ, ਮੇਰੀ ਕੋਈ ਸਿਆਣਪ ਨਹੀਂ, ਮੈਂ ਇਹਨਾਂ ਦੁੱਖਾਂ ਦੇ ਕੋਲੋਂ, ਚਿੰਤਾਵਾਂ ਦੇ ਕੋਲੋਂ, ਪਰੇਸ਼ਾਨੀਆਂ ਦੇ ਕੋਲੋਂ, ਮਾੜੇ ਕੀਤੇ ਕਰਮਾਂ ਦੇ ਕੋਲੋਂ ਛੁਟਕਾਰਾ ਪਾ ਸਕਾਂ। ਇਸ ਕਰਕੇ ਮਹਾਰਾਜ ਕਿਰਪਾ ਕਰੋ, ਮੈਨੂੰ ਰੱਖ ਲਵੋ। ਤੁਸੀਂ ਮਹਾਰਾਜ ਮੈਂ ਸੁਣਿਆ ਹੈ ਬੰਦੀ ਮੋਚ ਹੋ, ਭਾਵ ਕਿ ਬੰਦੀ ਖਾਨਿਆਂ ਤੋਂ ਛਡਾਉਣ ਵਾਲੇ ਬੰਦੀ ਛੋੜ ਹੋ, ਤੁਹਾਨੂੰ ਮਹਾਰਾਜ ਬੰਦੀ ਛੋੜ ਆਖਦੇ ਨੇ। ਇਸ ਕਰਕੇ ਮਹਾਰਾਜ ਮੇਰੀ ਵੀ ਖਲਾਸੀ ਕਰਾ ਦਿਓ, ਤੁਸੀਂ ਬੜੇ ਵੱਡੇ ਸਾਹਿਬ ਹੋ। ਅਖੀਰਲੀ ਪੰਕਤੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਝਾ ਰਹੇ ਨੇ ਵੀ ਜੇ ਕੱਤਕ ਦੇ ਮਹੀਨੇ ਵਿੱਚ ਸੁੱਖ ਚਾਹੀਦਾ ਹੈ, ਜੇ ਜ਼ਿੰਦਗੀ ਦੇ ਵਿੱਚ ਸੁੱਖ ਚਾਹੀਦਾ ਹੈ, ਫਿਰ ਇੱਕ ਕੰਮ ਕਰਨਾ ਕਦੇ ਵੀ ਨਾ ਭੁੱਲਿਓ। ਮਹਾਰਾਜ ਉਹ ਕਿਹੜਾ? ਕੱਤਕ ਹੋਵੈ ਸਾਧ ਸੰਗ, ਬਿਨ ਸਹੈ ਸਭੇ ਸੋਚ। ਮਨੁੱਖਾ ਜਨਮ ਦੇ ਵਿੱਚ ਕੱਤਕ ਦੇ ਮਹੀਨੇ ਵਿੱਚ ਜੇ ਇਸ ਨੂੰ ਚੜ੍ਹਦੀ ਕਲਾ ਵਾਲਾ ਬਣਾਉਣਾ ਹੈ, ਇਸ ਨੂੰ ਸਫਲ ਕਰਨਾ ਹੈ, ਤੇ ਮਹਾਰਾਜ ਕਹਿੰਦੇ ਜਿਹੜੇ ਵੀ ਸਾਧ ਸੰਗਤ ਕਰਦੇ ਨੇ, ਜਿਹੜੇ ਕੱਤਕ ਦੇ ਮਹੀਨੇ ਵਿੱਚ ਸੰਗਤ ਕਰਦੇ ਨੇ, ਸਾਧੂ ਦੀ ਸੰਗਤ ਕਰਦੇ ਨੇ, ਗੁਰਮੁਖਾਂ ਦੀ ਸੰਗਤ ਕਰਦੇ ਨੇ, ਗੁਰੂ ਮਹਾਰਾਜ ਦੀ ਸੰਗਤ ਵਿੱਚ ਜਾਂਦੇ ਨੇ, ਉਹਨਾਂ ਦੇ ਜਿੰਨੇ ਵੀ ਸੋਚ ਭਾਵ ਕਿ ਚਿੰਤਾਵਾਂ ਨੇ, ਸਾਰਾ ਜੋ ਕੁਝ ਵੀ ਪਰੇਸ਼ਾਨ ਕਰਦਾ ਹੈ, ਇਹ ਸਾਰਾ ਹੀ ਬਿਨਸ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਇਸ ਕਰਕੇ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ ਰਹਾਉ। ਇਹ ਗੁਰੂ ਸਾਹਿਬ ਨੇ ਸਾਰਾ ਜਿਹੜਾ ਨਿਚੋੜ ਹੈ ਗੱਲ ਲਿਆ ਕੇ ਇੱਥੇ ਦੱਸੀ ਹੈ ਅਖੀਰ ਦੇ ਵਿੱਚ ਵੀ ਸੰਗਤ ਵਿੱਚ ਜਾ ਕੇ ਨਾਮ ਜਪਣ ਤੋਂ ਬਿਨਾਂ ਤੈਨੂੰ ਕਿਸੇ ਤਰ੍ਹਾਂ ਦਾ ਸੁੱਖ ਮਿਲਣਾ ਨਹੀਂ, ਕਿਸੇ ਤਰ੍ਹਾਂ ਦਾ ਆਨੰਦ ਮਿਲਣਾ ਨਹੀਂ, ਕਿਸੇ ਤਰ੍ਹਾਂ ਦੀ ਚਿੰਤਾ ਤੇਰੀ ਖਤਮ ਹੋਣੀ ਨਹੀਂ। ਇਸ ਕਰਕੇ ਭਾਈ ਤੂੰ ਸੰਗਤ ਕਰਿਆ ਕਰ, ਤੂੰ ਚੰਗੇ ਕਰਮ ਕਰਿਆ ਕਰ, ਮਾੜੇ ਕਰਮ ਨਾ ਕਰ, ਕਿਉਂਕਿ ਜਿਹੜੇ ਪਿੱਛੇ ਕੀਤੇ ਨੇ ਜਾਂ ਹੁਣ ਕਰੇਂਗਾ, ਇਹਨਾਂ ਸਾਰਿਆਂ ਦਾ ਫਲ ਤੈਨੂੰ ਭੋਗਣਾ ਪੈਣਾ ਹੈ। ਤੇ ਫਿਰ ਕਿਸੇ ਹੋਰ ਨੂੰ ਦੋਸ਼ ਨਾ ਦੇਵੀਂ ਕਿ ਫਲਾਣੇ ਬੰਦੇ ਕਰਕੇ, ਫਲਾਣੇ ਦੀ ਵਜ੍ਹਾ ਕਰਕੇ ਮੈਨੂੰ ਇਹ ਦੁੱਖ ਮਿਲੇ ਨੇ। ਇਹ ਗੁਰੂ ਸਾਹਿਬ ਸਾਨੂੰ ਸੁਚੇਤ ਕਰ ਰਹੇ ਨੇ, ਨਾਲੇ ਸਾਨੂੰ ਮਨੁੱਖਾ ਜਨਮ ਦਾ ਜਿਹੜਾ ਮਦੋਰਥ ਹੈ ਇਹ ਸਮਝਾ ਦਿੱਤਾ ਹੈ ਮਹਾਰਾਜ ਨੇ। ਮਹਾਰਾਜ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਕੱਤਕ ਹੋਵੈ ਸਾਧ ਸੰਗ, ਬਿਨ ਸਹੈ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।